ਰੇਡੀਓ ਹਾਂਜੀ 1674 ਆਸ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੇ ਵਿਚਾਰ ਉੱਤੇ ਝਾਤੀ ਮਾਰਨ ਦਾ, ਅੱਜ ਦੀ ਕਹਾਣੀ ਦਾ। ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਇੱਕ ਚੰਡੀਗੜ੍ਹ ਜੰਮੀ ਪਲੀ ਇੱਕ ਨਿੱਕੇ ਜਿਹੇ ਸ਼ਹਿਰ ਦੇ ਵਿੱਚ ਵਿਆਹੀ ਗਈ। ਸਾਰੀਆਂ ਸਹੇਲੀਆਂ ਨੇ ਬਹੁਤ ਮਜ਼ਾਕ ਉਡਾਇਆ। ਆਖੇ ਲੋਕ ਉੱਪਰ ਨੂੰ ਜਾਂਦੇ ਨੇ, ਤੂੰ ਸਿੱਧੀ ਥੱਲੇ ਨੂੰ ਤੁਰ ਪਈ ਹੈ, ਅੰਨੇ ਖੂਹ ਦੇ ਵਿੱਚ ਜਾ ਡਿੱਗੀ ਹੈ। ਰਿਸ਼ਤੇਦਾਰਾਂ ਨੇ ਕਿਹਾ, ਸਰਦਾਰ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਨਹੀਂ ਲਾਈ ਦੀ। ਦਿੱਲੀ ਗੜਗਾਉਂ ਵੱਲ ਸੋਹਣੇ ਰਿਸ਼ਤੇ ਮਿਲ ਜਾਣੇ ਸੀ। ਕੁੜੀ ਸੋਹਣੀ ਸੁਨੱਖੀ ਆ, ਪੜ੍ਹੀ ਲਿਖੀ ਆ, ਕਿਹੜੇ ਪਾਸੇ ਨੂੰ ਤੁਰ ਪਿਓ। ਤੁਹਾਨੂੰ ਨਹੀਂ ਪਤਾ ਪਿੰਡਾਂ ਥਾਵਾਂ ਦੇ ਉੱਤੇ ਕਿੰਨੀਆਂ ਸਮੱਸਿਆਵਾਂ ਆਉਂਦੀਆਂ ਨੇ, ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਕਹਿ ਕੇ ਘਰਦਿਆਂ ਨੂੰ ਵੀ ਲੋਕੀ ਛੇੜ ਕੇ ਜਾਂਦੇ। ਪਰ ਜਿੱਦਾਂ ਕਹਿ ਦਿੰਦੇ ਨੇ ਨਾ ਕਿ ਅਸਮਾਨ ਦੇ ਉੱਤੇ ਹੀ ਸਾਰੇ ਜੋੜੇ ਬਣ ਜਾਂਦੇ ਆ, ਸ਼ਾਇਦ ਸਾਡੀ ਜੋੜੀ ਪਹਿਲਾਂ ਤੋਂ ਹੀ ਬਣੀ ਸੀ। ਇਹ ਬੇਰਿੰਗ ਕਾਲਜ ਬਟਾਲੇ ਦੇ ਵਿੱਚ ਪੜ੍ਹਾਇਆ ਕਰਦੇ ਸੀ। ਜ਼ਮੀਨ ਵੀ ਖੁੱਲ੍ਹੀ ਸੀ, ਸੁਭਾਅ ਦੇ ਵੀ ਬੜੇ ਖੁੱਲ੍ਹੇ ਸੀ, ਪਰ ਇੱਕ ਅਜੀਬ ਜਿਹੀ ਆਦਤ ਸੀ ਇਹਨਾਂ ਨੂੰ। ਸਵੇਰੇ ਸੈਰ 'ਤੇ ਜਾਂਦਿਆਂ ਹਰ ਇੱਕ ਸਬਜ਼ੀ ਵਾਲੇ ਦੇ ਨਾਲ, ਹਰ ਇੱਕ ਰਿਕਸ਼ੇ ਵਾਲੇ ਦੇ ਨਾਲ, ਕਿਸੇ ਚਾਹ ਵਾਲੇ ਦੇ ਨਾਲ, ਰੋਹ ਵੇਚਣ ਵਾਲੇ ਦੇ ਨਾਲ, ਹਰ ਇੱਕ ਦੇ ਨਾਲ ਫਤਿਹ ਬੁਲਾ ਕੇ ਲੰਘਣਾ, ਅਤੇ ਫਿਰ ਕਈ ਘੰਟੇ ਉਹਨਾਂ ਦੇ ਨਾਲ ਖੜੇ ਗੱਪਾਂ ਮਾਰਦੇ ਰਹਿਣਾ, ਉਹਨਾਂ ਦੇ ਦੁੱਖ ਸੁੱਖ ਸੁਣਦੇ ਰਹਿਣਾ, ਔਲਾਦ ਦੇ ਮਸਲੇ ਸੁਣਨੇ। ਕੋਈ ਫਾਰਮ ਭਰਵਾਉਣ ਹੋ ਜਾਂਦਾ, ਕੋਈ ਘਰੇਲੂ ਔਕੜਾਂ ਨੂੰ ਲੈ ਕੇ ਆ ਜਾਂਦਾ, ਕਿਸੇ ਨੇ ਸਰਕਾਰੀ ਦਰਬਾਰੇ ਦਾ ਕੋਈ ਕੰਮ ਕਰਾਉਣਾ ਹੁੰਦਾ, ਅਤੇ ਹੋਰ ਪਤਾ ਨਹੀਂ ਕੀ। ਇਹ ਸਾਰਾ ਕੁਝ ਵੇਖ ਕੇ ਮੈਨੂੰ ਠੀਕ ਨਹੀਂ ਸੀ ਲੱਗਦਾ। ਕਿੰਨਾ ਸਮਾਂ ਤੁਸੀਂ ਖਰਾਬ ਕਰਦੇ ਹੋ ਆਪਣੇ ਕੰਮਾਂ ਦੇ ਕਰਕੇ। ਉਹ ਕੰਮ ਜਿਹੜੇ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਮੇਚ ਨਹੀਂ ਖਾਂਦੇ, ਅਤੇ ਨਾਲੇ ਮੇਲ ਜੋਲ ਸਿਰਫ ਆਪਣੀ ਹੈਸੀਅਤ ਵਾਲਿਆਂ ਦੇ ਨਾਲ ਰੱਖਣਾ ਚਾਹੀਦਾ। ਵੈਸੇ ਮੇਰੇ ਮਨ ਦੇ ਵਿੱਚ ਇਹ ਚੀਜ਼ ਚੱਲਦੀ ਸੀ ਕਿ ਜਦੋਂ ਕੋਈ ਚੰਡੀਗੜ੍ਹ ਤੋਂ ਆਉਂਦਾ ਅਤੇ ਇਹਨਾਂ ਛੋਟੇ ਲੋਕਾਂ ਦੇ ਨਾਲ ਇੰਜ ਦਾ ਮੇਲ ਮਿਲਾਪ ਵੇਖ ਕੇ ਕੀ ਸੋਚੂਗਾ। ਲੋਕੀ ਤਾਂ ਆਲਰੇਡੀ ਬਹੁਤ ਗੱਲਾਂ ਕਰ ਚੁੱਕੇ ਨੇ, ਅਤੇ ਜੇਕਰ ਕੋਈ ਇਹ ਵੇਖ ਲੇ ਕਿ ਮੇਰੇ ਘਰ ਵਾਲੇ ਦਾ ਮੇਲ ਜੋਲ ਕਿੰਨਾ ਲੋਕਾਂ ਦੇ ਨਾਲ ਆ, ਸੱਚੀ ਮੈਂ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾ। ਅਤੇ ਹੋਰ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਆਉਂਦਾ ਰਹਿੰਦਾ। ਤਰੀਕੇ ਜਿਹੇ ਦੇ ਨਾਲ ਬੜੀ ਵਾਰੀ ਇਹ ਗੱਲਾਂ ਆਪਣੇ ਘਰ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ, ਪਰ ਉਹ ਹਮੇਸ਼ਾ ਬੜੀ ਧੀਰਜ ਦੇ ਨਾਲ ਮੈਨੂੰ ਇਹ ਆਖ ਕੇ ਚੁੱਪ ਕਰਾ ਦਿੰਦੇ ਕਿ ਸਰਦਾਰਨੀਏ, ਕੋਈ ਨਹੀਂ, ਆਪਣੀ ਹੈਸੀਅਤ ਤੋਂ ਛੋਟਾ ਜਾਂ ਵੱਡਾ ਕੋਈ ਨਹੀਂ ਹੁੰਦਾ। ਕਿਸੇ ਦਾ ਕੰਮ ਕਰੀਏ ਅਤੇ ਉਹਦਾ ਤੁਹਾਨੂੰ ਪੁੰਨ ਮਿਲਦਾ। ਇਹ ਲੋਕ ਜਿਹੜੇ ਇੰਨਾ ਪਿਆਰ ਦਿੰਦੇ ਨੇ, ਇਸ ਪਿਆਰ ਦਾ ਕੋਈ ਮੁੱਲ ਨਹੀਂ, ਅਤੇ ਜੇ ਉਹਨਾਂ ਦੇ ਬਦਲੇ ਥੋੜ੍ਹਾ ਜਿਹਾ ਟਾਈਮ ਮੈਂ ਇਹਨਾਂ ਦੇ ਨਾਲ ਸਪੈਂਡ ਕਰ ਵੀ ਲੈਣਾ, ਅਤੇ ਤੂੰ ਵੇਖੀ ਰੱਬ ਸਾਨੂੰ ਇਸੇ ਚੀਜ਼ ਦਾ ਦੂਣਾ ਚੌਣਾ ਕਰਕੇ ਦਊ। ਇਸ ਦੁਨੀਆ ਵਿੱਚ ਕੋਈ ਪਤਾ ਨਹੀਂ ਕਦੋਂ, ਕਿੱਥੇ, ਕਿਵੇਂ ਅਤੇ ਕੀ ਹੋ ਜਾਵੇ, ਇਹ ਤਾਂ ਉਹੀ ਜਾਣਦਾ। ਮਨ ਹੀ ਮਨ ਮੈਂ ਸੋਚਦੀ ਰਹਿੰਦੀ ਕਿ 2 ਵੇਲੇ ਦੀ ਰੋਟੀ ਅਤੇ 24 ਘੰਟੇ ਦਾ ਸੰਘਰਸ਼। ਸੋਚਿਆ ਸੀ ਛੋਟੀ ਥਾਂ ਦੇ ਉੱਤੇ ਵੇਲ ਬਹੁਤ ਮਿਲਦਾ। ਹਾਂ, ਵਿਹਲੇ ਤੇ ਕੰਮ ਤੋਂ ਛੇਤੀ ਹੋ ਜਾਂਦੇ ਨੇ, ਪਰ ਉਸ ਤੋਂ ਬਾਅਦ ਇਹਨਾਂ ਲੋਕਾਂ ਦੀ ਮਦਦ ਕਰਨ ਦੀ ਕਾਹਲੀ। ਇੰਨਾ ਬਿਜ਼ੀ ਤੇ ਬੰਦਾ ਵੱਡੇ ਸ਼ਹਿਰਾਂ ਦੇ ਵਿੱਚ ਵੀ ਨਹੀਂ ਹੁੰਦਾ। ਇੱਕ ਦਿਨ ਮੈਂ ਆਖਰ ਇਹਨਾਂ ਦੇ ਨਾਲ ਸੈਰ ਕਰਨ ਦੇ ਲਈ ਜਾ ਰਹੀ ਸੀ। ਇਹ ਥੋੜ੍ਹੀ ਦੂਰ ਖਰੇ ਕਿਸੇ ਸਾਈਕਲ ਵਾਲੇ ਦੇ ਕੋਲ ਉਹਦੇ ਕਾਗਜ਼ ਭਰਨ ਲੱਗ ਪਏ। ਅਚਾਨਕ ਪਿੱਛੋਂ ਰੌਲਾ ਜਿਹਾ ਸੁਣਾਈ ਦਿੱਤਾ। ਨੁੱਕਰ ਦੇ ਉੱਤੇ ਲੱਗੀ ਇੱਕ ਗੰਨਿਆਂ ਦੇ ਰਸ ਵਾਲੀ ਰੇਹੜੀ 'ਤੇ ਆਉਂਦੇ ਇੱਕ ਬਜ਼ੁਰਗ ਨੇ ਖੂਬ ਰੌਲਾ ਪਾਇਆ, ਅਤੇ ਬਾਕੀ ਵੀ ਸਾਰੇ ਲੋਕ ਉਸ ਰੌਲੇ ਨੂੰ ਸੁਣ ਕੇ ਨਾਲ ਦੀ ਨਾਲ ਭੱਜ ਰਹੇ ਸੀ। ਅਚਾਨਕ ਮੇਰੀ ਨਜ਼ਰ ਇੱਕ ਅਵਾਰਾ ਸਾਹਨ ਦੇ ਉੱਤੇ ਪਈ, ਜਿਹੜਾ ਕਿ ਮੇਰੇ ਹੀ ਵੱਲ ਨੂੰ ਆ ਰਿਹਾ ਸੀ। ਪਤਾ ਨਹੀਂ ਕਿਉਂ ਇਹ ਸ਼ਾਇਦ ਮੈਨੂੰ ਹੀ ਢੁੱਡ ਮਾਰਨ ਦੀ ਵਿਉਂਤ ਘੜ ਕੇ ਆਇਆ ਸੀ, ਅਤੇ ਬੜੇ ਹੀ ਭਿਆਨਕ ਅੰਦਾਜ਼ ਦੇ ਵਿੱਚ। ਪਰ ਇਹ ਲੋਕ ਜਿਹੜੇ ਰੌਲਾ ਪਾਉਂਦੇ ਭੱਜੇ ਆ ਰਹੇ ਸੀ, ਇਹਨਾਂ ਨੇ ਮੇਰੇ ਤੱਕ ਪਹੁੰਚਣ ਹੀ ਨਹੀਂ ਦਿੱਤਾ। ਇਹਨਾਂ ਦ੍ਰਿਸ਼ ਭਿਆਨਕ ਸੀ ਕਿ ਮੇਰਾ ਤੇ ਤਰਾ ਹੀ ਨਿਕਲ ਗਿਆ। ਵੇਖਦਿਆਂ ਹੋਰ ਵੀ ਬਹੁਤ ਸਾਰੇ ਕਿੰਨੇ ਸਾਰੇ ਲੋਕ ਆਲੇ ਦੁਆਲੇ ਖੜੇ ਹੋ ਗਏ। ਅਖੀਰ ਉਹਨਾਂ ਨੇ ਜਦੋਜਹਿਦ ਦੇ ਨਾਲ ਇਸ ਸਾਨ ਨੂੰ ਮੇਰੇ ਤੋਂ ਦੂਰ ਭਜਾ ਦਿੱਤਾ, ਯਾਨੀ ਕਿ ਮੇਰੇ ਤੱਕ ਪਹੁੰਚਣ ਹੀ ਨਹੀਂ ਦਿੱਤਾ। ਭੱਜੇ ਜਾਂਦੇ ਕੁਛ ਲੋਕ ਸ਼ਾਇਦ ਸਰੀਰਕ ਰੂਪ ਦੇ ਉੱਤੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਵੀ ਹੋ ਗਏ, ਪਰ ਉਹ ਤਾਂ ਸ਼ਾਇਦ ਸਰੀਰਕ ਰੂਪ ਦੇ ਉੱਤੇ ਜ਼ਖਮੀ ਹੋਏ ਸੀ, ਪਰ ਮੈਂ
ਆਪਣੀਆਂ ਪਹਿਲੀਆਂ ਸੋਚਾਂ ਦੇ ਕਰਕੇ ਮਾਨਸਿਕ ਤੌਰ ਦੇ ਉੱਤੇ ਇੰਨੀ ਕੁ ਲਹੂ ਲੁਹਾਨ ਹੋਈ ਖੜੀ ਸੀ ਕਿ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਮੇਰੇ ਵੱਸ ਦਾ ਨਾ ਹੋਵੇ। ਪਹਿਲੀ ਵਾਰ ਆਪਣੀ ਸੋਚ ਦੇ ਉੱਤੇ ਮੈਂ ਸ਼ਰਮਿੰਦੀ ਹੋ ਰਹੀ ਸੀ। ਇਹ ਅਹਿਸਾਸ ਹੋਇਆ ਕਿ ਛੋਟੇ ਲੋਕ ਜਿਨ੍ਹਾਂ ਨੂੰ ਮੈਂ ਛੋਟੇ ਸਮਝ ਰਹੀ ਸੀ, ਇਹਨਾਂ ਨੇ ਮੇਰੀ ਜਾਨ, ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਬਚਾ ਲਈ। ਸ਼ਾਇਦ ਇਹੀ ਹਾਦਸਾ ਜੇ ਕਿਤੇ ਮੇਰੇ ਸ਼ਹਿਰ ਦੇ ਵਿੱਚ ਵਾਪਰਿਆ ਹੁੰਦਾ ਜਾਂ ਹੋਰ ਕਿਸੇ ਵੱਡੇ ਸ਼ਹਿਰ ਦੇ ਵਿੱਚ ਵਾਪਰਿਆ ਹੁੰਦਾ ਤੇ ਮੇਰਾ ਕੋਈ ਸਕਾ ਵੀ ਮੇਰੇ ਆਸ-ਪਾਸ ਨਾ ਆਉਂਦਾ ਮੈਨੂੰ ਬਚਾਉਣ ਦੇ ਲਈ। ਹਰ ਕੋਈ ਆਪਣਾ ਚੰਮ ਬਚਾਉਣ ਦੇ ਲਈ ਪੈਂਦਾ। ਪੈਸੇ ਵਾਲੇ ਲੋਕ ਕਦੀ ਕਿਸੇ ਦੂਸਰੇ ਲਈ ਜਾਨ ਨਹੀਂ ਖਤਰੇ 'ਚ ਪਾ ਸਕਦੇ ਤੇ ਸ਼ਾਇਦ ਮੈਂ ਇਦਾਂ ਦਾ ਕਦੀ ਕਿਤੇ ਕੁਝ ਵੇਖਿਆ ਵੀ ਨਹੀਂ ਸੀ। ਵੱਡੇ ਸ਼ਹਿਰ ਦੇ ਵਿੱਚ ਜੰਮੀ ਪਲੀ ਹੋਣ ਦੇ ਕਰਕੇ ਮੇਰੇ ਲਈ ਇਹ ਬਹੁਤ ਹੈਰਾਨੀ ਵਾਲਾ ਕੰਮ ਸੀ ਤੇ ਜਾਂ ਫਿਰ ਇਸ ਕਰਕੇ ਕਿਉਂਕਿ ਮੇਰੀਆਂ ਰੱਬ ਨੇ ਅੱਖਾਂ ਖੋਲ੍ਹਣੀਆਂ ਸੀ। ਇੱਕ ਗਰੀਬ ਬੰਦਾ ਜਿਹਦੇ ਕੋਲ ਕਹਿੰਦੇ ਨੇ ਬਚਾਉਣ ਦੇ ਲਈ ਕੁਛ ਨਹੀਂ ਹੁੰਦਾ, ਜਿਹਦੇ ਕੋਲ ਗਵਾਉਣ ਦੇ ਲਈ ਕੁਛ ਨਹੀਂ ਹੁੰਦਾ, ਉਹ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਵੀ ਤੁਹਾਡੀ ਮਦਦ ਜ਼ਰੂਰ ਕਰ ਜਾਊਗਾ ਜੇ ਤੁਸੀਂ ਮਾੜਾ ਮੋਟਾ ਵੀ ਕੁਛ ਉਹਦੇ ਲਈ ਕਦੀ ਕਿਤੇ ਕੀਤਾ, ਜੇ ਉਹਨੂੰ ਤੁਸੀਂ ਕਦੀ ਹੱਸ ਕੇ ਵੀ ਬੁਲਾਇਆ। ਤੇ ਇੱਕ ਅਮੀਰ ਆਦਮੀ, ਉਹਦੇ ਨਾਲ ਚਾਹੇ ਤੁਹਾਡੀ ਨਿੱਤ ਦੀ ਬੁਰਕੀ ਸਾਂਝੀ ਹੋਵੇ, ਕਦੀ ਵੀ ਤੁਹਾਡੇ ਪਿੱਛੇ ਇੱਕ ਲਹੂ ਦਾ ਕਤਰਾ ਨਹੀਂ ਡੋਲ ਸਕਦਾ। ਸੋ ਇਸ ਕਹਾਣੀ ਦੇ ਵਿੱਚ ਆਪਾਂ ਭਲੀ ਭਾਂਤ ਵੇਖ ਸਕਦੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਆਪਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਬੁਲਾਉਣਾ ਆਪਾਂ ਜ਼ਰੂਰੀ ਨਹੀਂ ਸਮਝਦੇ, ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਹੋਰ ਵੀ ਜ਼ਿਆਦਾ ਵਕਫਾ ਵਧਾ ਲੈਂਦੇ ਹਾਂ। ਉਹਨਾਂ ਦੇ ਨਾਲ ਮੇਲ ਜੋਲ ਕਿੱਥੇ ਤੇ ਕਿਵੇਂ ਸਾਡੇ ਕੰਮ ਆਉਂਦਾ। ਕਦੀ ਵੀ ਤੁਹਾਡਾ ਕਿਸੇ ਦੇ ਲਈ ਕੋਈ ਕੀਤਾ ਕੰਮ ਅਜਾਈ ਨਹੀਂ ਜਾਂਦਾ। ਕਦੀ ਵੀ ਤੁਹਾਨੂੰ ਕਿਸੇ ਦੀ ਚੰਗੀ ਸਲਾਹ ਦਿੰਦੇ ਹੋ ਤੇ ਉਹ ਅਜਾਈ ਨਹੀਂ ਜਾਂਦੀ। ਕਦੀ ਕਿਸੇ ਦੇ ਫਾਰਮ ਭਰੇ, ਕਦੀ ਕਿਸੇ ਦਾ ਦੁੱਖ ਸੁੱਖ ਸੁਣਿਆ, ਕਦੀ ਕਿਸੇ ਦੇ ਮੋਢੇ ਦੇ ਉੱਤੇ ਹੱਥ ਰੱਖਿਆ, ਉਹ ਅਜਾਈ ਨਹੀਂ ਜਾਂਦਾ, ਚਾਹੇ ਉਹ ਬੰਦਾ ਹੈਸੀਅਤ ਦੇ ਵਿੱਚ, ਪੈਸੇ ਦੇ ਵਿੱਚ ਤੁਹਾਡੇ ਨਾਲੋਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ। ਸੋ ਇਸੇ ਤਰ੍ਹਾਂ ਦੇ ਨਾਲ ਹੁਣ ਨਰਿੰਦਰ ਬੀਬਾ ਦਾ ਇੱਕ ਪੁਰਾਣਾ ਗੀਤ ਅਕਸਰ ਹੀ ਹਰ ਜਗ੍ਹਾ ਦੇ ਉੱਤੇ ਵੱਜਦਾ ਮੈਂ ਸੁਣਿਆ ਸੀ ਤੇ ਹੁਣ ਮੈਨੂੰ ਯਾਦ ਆ ਰਿਹਾ ਸੀ, ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ। ਇਹ ਕਹਾਣੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਦੀ ਲਿਖੀ ਹੋਈ ਹੈ ਤੇ ਧੰਨਵਾਦ ਕੁਲਜੀਤ ਸਿੰਘ ਹੋਰਾਂ ਦਾ ਜਿਨ੍ਹਾਂ ਨੇ ਸਾਡੇ ਤੱਕ ਪਹੁੰਚਾਈ ਹੈ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।